ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦਾ ਕਿਤੇ ਵੀ ਰਿਕਮੈਂਡੇਸ਼ਨ ਨਹੀਂ ਹੈਗੀ ਕਿ ਕਰੋਨਾ ਪਾਰਟਿਕੂਲਰਲੀ ਕਰੋਨਾ ਤੋਂ ਬਚਣ ਦੇ ਵਾਸਤੇ ਮਾਸਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਿ ਮਾਸਕ ਜਦੋਂ ਅਸੀਂ ਵਰਤਦੇ ਹਾਂ ਮਖੂ ਸਾਹਿਬ ਤਾਂ ਸਾਡੀ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਜਿਹੜੀ ਅਸੀਂ ਬਾਹਰ ਕੱਢਦੇ ਹਾਂ ਤਾਂ ਡਾਟੇ ਇਹ ਕਹਿੰਦੇ ਆ ਕਿ 30% ਤੋਂ ਵੱਧ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਉਹ ਸਾਡੇ ਵਾਪਸ ਚਲੀ ਜਿਹੜੀ ਅਸੀਂ ਬਾਹਰ ਕੱਢਦੇ ਹਾਂ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਇੱਕ ਬੰਦਾ ਬਾਈਕ ਦੇ ਉੱਤੇ ਜਾ ਰਿਹਾ ਹੈ ਔਰ ਉੱਥੇ ਅੱਗੇ ਪੁਲਿਸ ਨਾਕਾ ਲੱਗਿਆ ਹੋਇਆ ਉਹਨੂੰ ਰੋਕ ਕੇ ਉਹਦਾ 500 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ ਕਿਉਂ ਤੂੰ ਨੰਗੇ ਮੂੰਹ ਜਾ ਰਿਹਾ ਤੇਰੇ ਮਾਸਕ ਨਹੀਂ ਲੱਗਿਆ ਹੋਇਆ। ਇਹ ਹੋ ਸਕਦਾ ਹੈ ਕੋਈ ਥੋੜੇ ਸਮੇਂ ਦੇ ਵਿੱਚ ਜਿਹੜਾ ਹੈਗਾ ਨਾ ਕੋਈ ਇਹੋ ਜਿਹਾ ਕੋਈ ਟੀਕਾ ਜਿਹੜਾ ਕੋਈ 10-20 ਹਜ਼ਾਰ ਰੁਪਈਆ ਕਾਸਟ ਕਰਦਾ ਹੋਵੇ ਤੇ ਹਰੇਕ ਤੇਰੇ ਮੇਰੇ ਵਰਗੇ ਨੇ ਭੱਜ ਕੇ ਲਵਾਉਣਾ ਵੀ ਕਿਤੇ ਮੈਨੂੰ ਕਰੋਨਾ ਨਾ ਹੋ ਜਾਏ ਯਾਰ ਆ ਟੀਕਾ ਨਿਕਲ ਆਇਆ ਤੇ ਇਹਦੇ ਨਾਲ ਬਚਤ ਹੋ ਜਾਏਗੀ। 80% ਤੋਂ ਵੱਧ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਹੈ ਉਹਨਾਂ ਦੇ ਬਣਨ ਦੇ ਵਿੱਚ ਉਹਨਾਂ ਦੀ ਬਣਤਰ ਤੈਅ ਕਰਨ ਦੇ ਵਿੱਚ ਜੀ ਔਰ ਉਹਨਾਂ ਨੂੰ ਮਤਲਬ ਲਗਾਮ ਪਾ ਕੇ ਜਿਵੇਂ ਘੋੜੇ ਦੀ ਲਗਾਮ ਹੁੰਦੀ ਹੈ ਔਰ ਉਹ ਲਗਾਮ ਜਿਹੜੀ ਹੈਗੀ ਹੈ ਉਹ ਇਸ ਇੰਡਸਟਰੀ ਦੇ ਹੱਥ 'ਚ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ। ਅਨੇਕਾਂ ਮੁੱਦੇ ਹੁੰਦੇ ਨੇ, ਅਨੇਕਾਂ ਸ਼ਖਸੀਅਤਾਂ ਹੁੰਦੀਆਂ ਨੇ। ਕਈ ਵਾਰੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਲੈ ਲੈਂਦੇ ਹਾਂ, ਕਈ ਵਾਰੀ ਕਰੋਨਾ ਮਹਾਮਾਰੀ ਦੀ ਗੱਲਬਾਤ ਕਰਦੇ ਹਾਂ ਤੇ ਬੜਾ ਕੁਝ ਵਿੱਚੋਂ ਨਿਕਲਦਾ ਹੈ। ਕਈ ਵਾਰੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੈਂ ਤਾਂ ਕਈ ਵਾਰੀ ਇੱਥੋਂ ਤੱਕ ਵੀ ਕਹਿਣਾ ਹੁੰਦਾ ਵੀ ਕਈਆਂ ਦੇ ਮੂੰਹ ਤੇ ਮਾਸਕ ਪੈ ਗਏ ਤੇ ਕਈਆਂ ਦੇ ਮੂੰਹ ਤੋਂ ਮਾਸਕ ਲੈ ਗਏ। ਬੜਾ ਕੁਝ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ ਜਦੋਂ ਮਾਸਕ ਲੈਣਗੇ। ਹੁਣ ਮਨ ਦੇ ਵਿੱਚ ਖਿਆਲ ਆਵੇਗਾ ਕਿ ਮੈਂ ਇਕੱਲੇ ਫੇਸ ਦੇ ਉੱਪਰ ਪਏ ਹੋਏ ਮਾਸਕ ਦੀ ਗੱਲ ਕਰਦਾ ਨਹੀਂ। ਮੈਂ ਕਹਿ ਰਿਹਾ ਹਾਂ ਕਿ ਸਮਾਂ ਪਾ ਕੇ ਕੁਝ ਗੱਲਾਂ ਸਮੇਂ ਦੀ ਗਰਭ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ ਬੜਾ ਕੁਝ ਨਿਕਲੇਗਾ। ਖੈਰ, ਉਸ ਸਮੇਂ ਦਾ ਇੰਤਜ਼ਾਰ ਕਰਦੇ ਹਾਂ। ਮੇਰੇ ਨਾਲ ਅੱਜ ਪ੍ਰੋਗਰਾਮ ਦਾ ਹਿੱਸਾ ਨੇ ਸਰਦਾਰ ਹਰਿੰਦਰ ਜੀਰਾ। ਤਿੰਨਾਂ ਦੇ ਨਾਲ ਅਸੀਂ ਜਦੋਂ ਗੱਲਬਾਤ ਕਰਦੇ ਹਾਂ, ਪਿਛਲੇ ਸਮੇਂ ਦੇ ਵਿੱਚ ਵੀ ਕਿਸਾਨਾਂ ਦੀਆਂ ਗੱਲਾਂ ਕੀਤੀਆਂ ਨੇ, ਫਸਲੀ ਚੱਕਰ ਦੀ ਗੱਲਬਾਤ ਕੀਤੀ ਆ। ਅਨੇਕ ਵਾਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ। ਅਕਾਲ ਚੈਨਲ ਦੇ ਜ਼ਰੀਏ ਤੁਸੀਂ ਇਹਨਾਂ ਨੂੰ ਸੁਣਿਆ। ਅੱਜ ਫਿਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ। ਆਓ ਤਿੰਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਦੋਂ ਕਰੋਨਾ ਮਹਾਮਾਰੀ ਆਉਂਦੀ ਹੈ ਕੀ ਕੁਝ ਕੰਪਨੀਆਂ ਦਾ ਦਬਾਅ ਪੈ ਜਾਂਦਾ ਹੈ ਕਿ ਸੈਨੀਟਾਈਜ਼ਰ ਜਿਹੜਾ ਘਰ ਦੇ ਵਿੱਚ ਬਣਨ ਲੱਗ ਪੈਂਦੇ ਨੇ, ਰੇਟ ਬੜੇ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਡਰੱਗ ਕੰਟਰੋਲ ਬੋਰਡ ਉਹਨਾਂ ਦੇ ਰੇਟ ਨਿਯਤ ਕਰ ਦਿੰਦਾ ਵੀ ਰੇਟ ਇੰਨਾ ਰਹੇਗਾ। ਉਸ ਤੋਂ ਪਹਿਲਾਂ ਤੱਕ ਬਹੁਤ ਵੱਡੀ ਲੁੱਟ ਮਾਰ ਹੋ ਚੁੱਕੀ ਹੁੰਦੀ ਹੈ। 10-10, 20-20 ਰੁਪਈਏ ਵਾਲਾ ਮਾਸਕ ਜਿਹੜਾ 100-100 ਰੁਪਈਏ ਦੇ ਵਿੱਚ ਵੇਚਿਆ ਜਾ ਰਿਹਾ ਹੈ। ਇਹਨਾਂ ਚੀਜ਼ਾਂ ਦੀ ਕਿੰਨੀ ਕੁ ਸਾਨੂੰ ਜ਼ਰੂਰਤ ਹੈ, ਆਓ ਇਹਨਾਂ ਸਾਰੇ ਮੁੱਦਿਆਂ ਦੀ ਆਪਾਂ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਖੂ ਸਾਹਿਬ, ਬਹੁਤ ਧੰਨਵਾਦ। ਬੜਾ ਚੰਗਾ ਲੱਗਾ ਜੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਹੋ। ਡਾਕਟਰ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪਤਾ ਲੱਗਾ ਸੀ ਤੁਸੀਂ ਕੁਝ ਇਹ ਗੱਲਾਂ ਕੀਤੀਆਂ ਨੇ ਕਿ ਸਾਨੂੰ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਉਹ ਕੰਪਲਸਰੀ ਕਰ ਦਿੱਤੀਆਂ ਗਈਆਂ ਨੇ ਵੀ ਸੋਸ਼ਲ ਡਿਸਟੈਂਸ ਤੇ ਮੰਨਿਆ ਪਰ ਮਾਸਕ ਜਿਹੜਾ ਆ ਇਹ ਸਾਡੇ ਲਈ ਘਾਤਕ ਹੋ ਸਕਦਾ ਆ। ਮੈਂ ਚਾਹੁੰਦਾ ਵੀ ਇਹ ਸਾਰੀਆਂ ਚੀਜ਼ਾਂ ਸਾਡੇ ਦਰਸ਼ਕਾਂ ਦੇ ਨਾਲ ਕਲੀਅਰ ਕਰ ਦਿਓ। ਦੇਖੋ ਮਖੂ ਸਾਹਿਬ, ਵੈਸੇ ਮੈਂ ਪਿਛਲੇ ਦਿਨਾਂ 'ਚ ਥੋੜ੍ਹਾ ਜਿਹਾ ਮਤਲਬ ਤੁਹਾਡੇ ਪ੍ਰੋਗਰਾਮ ਦੇਖ ਨਹੀਂ ਸਕਿਆ। ਸ਼ਾਇਦ ਤੁਸੀਂ ਕੋਈ ਇਸ ਮਹਾਮਾਰੀ ਦੇ ਉੱਪਰ ਕੋਈ ਹੋਰ ਵੀ ਕਵਰੇਜ ਕੀਤੀਆਂ ਹੋਣ। ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੂਰੀ ਦੁਨੀਆ ਨੇ ਇਸ ਮਹਾਮਾਰੀ ਨੂੰ ਝੇਲਿਆ ਔਰ ਵੱਡੇ ਜਿਹੜੇ ਮਹਾਰਥੀ ਦੇਸ਼ ਆਪਣੇ ਆਪ ਨੂੰ ਕਹਾਉਂਦੇ ਸੀਗੇ ਉਹਨਾਂ ਤੋਂ ਵੀ ਮਤਲਬ ਜਿਹੜਾ ਹੈਗਾ ਆਪਣੇ ਮੁਲਕ ਦੇ ਵਿੱਚ ਕੋਈ ਇਹਦਾ ਕੰਟਰੋਲ ਕਰਨ ਦੇ ਵਿੱਚ ਕੋਈ ਮਤਲਬ ਅਜਿਹੀ ਸਫਲਤਾ ਨਹੀਂ ਸੀ ਜਿਹੋ ਜੀ ਉਹਨਾਂ ਦੀ ਛਵੀ ਸੀਗੀ ਕਿ ਉਹ ਤਾਂ ਸ਼ਾਇਦ ਪਤਾ ਨਹੀਂ ਇੱਦਾਂ ਕਰ ਲੈਣਗੇ। ਪਰ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੈ ਕਿ ਹਿੰਦੁਸਤਾਨ ਦੇ ਵਿੱਚ ਹੁਣ ਤੱਕ ਮਤਲਬ ਜਿਹੜਾ ਹੈਗਾ ਇਹਦਾ ਜਿਹੜਾ ਪ੍ਰਕੋਪ ਸੀਗਾ ਉਹ ਕੋਈ ਮਤਲਬ ਜ਼ਿਆਦਾ ਜਿੱਡੀ ਭਿਆਨਕ ਬਿਮਾਰੀ ਸੀ ਔਰ ਜੋ ਇਹਦੀ ਦਿੱਖ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਸਾਹਮਣੇ ਆਈ ਉਸ ਦੇ ਨਿਸਬਤ ਜਿਹੜਾ ਹੈਗਾ ਉਹ ਸਾਡੇ ਮੁਲਕ ਦੇ ਵਿੱਚ ਇਹ ਕੰਟਰੋਲ ਦੇ ਵਿੱਚ ਰਿਹਾ ਔਰ ਠੀਕ ਰਿਹਾ। ਇਹ ਤਾਂ ਇਹਦੀ ਕਰੋਨਾ ਦੀ ਗੱਲ ਆਪਾਂ ਜੇ ਕਰਦੇ ਹਾਂ ਗਿਣਤੀ ਤਾਂ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਹਾਂ, ਮੈਂ ਇਸੇ ਕਰਕੇ ਕਿਹਾ ਕਿ ਹੁਣ ਤੱਕ
ਠੀਕ ਹੈ ਜੀ। ਔਰ ਜੇ ਆਪਾਂ ਇਸ ਦੀ ਗੱਲ ਸ਼ੁਰੂ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਨਾ ਇੱਕ ਇਹਦੀ ਭੂਮਿਕਾ ਦੇ ਵਿੱਚ ਨਾ ਸਮਝਣ ਵਾਸਤੇ ਇੱਕ ਗੱਲ ਕਰਨੀ ਪਊਗੀ ਕਿ ਮਖੂ ਸਾਹਿਬ ਇਨਸਾਨੀ ਜ਼ਿੰਦਗੀ ਨੂੰ ਠੁੰਮਣਾ ਦੇਣ ਵਾਲੀਆਂ ਨਾ, ਹਲਾਰਾ ਦੇਣ ਵਾਲੀਆਂ, ਪਾਲਣ ਵਾਲੀਆਂ, ਜੇ ਆਪਾਂ ਜਿਵੇਂ ਮਾਂ ਦਾ ਜ਼ਿਕਰ ਕਰਦੇ ਹਾਂ ਜੀ, ਤਾਂ ਮੇਰੀ ਨਜ਼ਰ ਦੇ ਵਿੱਚ ਉਹ 3 ਮਾਵਾਂ ਹੁੰਦੀਆਂ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਇਨਸਾਨੀ ਜ਼ਿੰਦਗੀ ਓਵਰਆਲ ਇਨਸਾਨ ਜੀ। ਪਹਿਲੀ ਮਾਂ ਜਿਹੜੀ ਹੈ, ਜਿਹੜੀ ਆਪਦੇ ਪੇਟ ਚੋਂ ਬੱਚੇ ਨੂੰ ਜਨਮ ਦਿੰਦੀ ਹੈ, ਇਨਸਾਨ ਨੂੰ ਇਸ ਦੁਨੀਆ ਦੇ ਵਿੱਚ ਮਤਲਬ ਵਾਹਿਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਲਾ ਦੇ ਨਾਲ ਮਤਲਬ ਜਿਹੜਾ ਹੈ ਉਹ ਉਹਦੇ ਮਾਂ ਦੇ ਪੇਟ ਦੇ ਰਾਹੀਂ ਮਤਲਬ ਬੰਦਾ ਇਨਸਾਨ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਇਸ ਦੁਨੀਆ ਤੇ ਆਉਂਦਾ ਜੀ। ਦੂਜੀ ਮਾਂ ਜਿਹੜੀ ਹੈ, ਜਿਹਨੂੰ ਆਪਾਂ ਗਿਣਿਆ ਹੈ ਵੀ ਉਹ ਧਰਤੀ ਮਾਤਾ, ਜਿਹੜੀ ਮਤਲਬ ਜੋ ਸਾਰੀ ਜ਼ਿੰਦਗੀ ਜਿਹੜਾ ਹੈਗਾ, ਜੋ ਖਾਣ ਪਾਣ ਜੋ ਵੀ ਹੈ, ਉਹ ਇਹ ਧਰਤੀ ਮਾਤਾ ਪੈਦਾ ਕਰਦੀ। ਤੇ ਚਲਦਿਆਂ ਚਲਦਿਆਂ ਇਨਸਾਨੀ ਜ਼ਿੰਦਗੀ ਨੇ ਮਤਲਬ ਜਿਹੜਾ ਇਹ ਰੂਪ ਲਿਆ ਹੈ, ਅੱਜ ਦਾ ਜਿਹੜਾ ਸਾਡੀ ਜ਼ਿੰਦਗੀ ਦਾ ਰੂਪ ਹੈ, ਉਹਦੇ ਵਿੱਚ ਇੱਕ ਤੀਜੀ ਮਾਂ ਦਾ ਰੂਪ ਜਿਹੜਾ ਨਾ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਕਿਉਂਕਿ ਮਾਂ ਦਾ ਰੁਤਬਾ ਵਿਸ਼ਵਾਸ ਦੇ ਕਰਕੇ ਹੈ, ਤੇ ਵਿਸ਼ਵਾਸ ਜਿਹੜਾ ਸੀਗਾ ਉਹ ਸਰਕਾਰਾਂ ਤੇ ਕੀਤਾ। ਤੀਜੀ ਮਾਂ ਮੇਰੇ ਖਿਆਲ ਦੇ ਵਿੱਚ ਮਤਲਬ ਜਿਹੜੀ ਹੈ ਉਹ ਸਰਕਾਰ ਹੁੰਦੀ ਜੀ। ਜੇ ਸਰਕਾਰ ਮਾਂ ਦਾ ਰੂਪ ਧਾਰ ਕੇ ਰੱਖੇ ਤਾਂ ਪ੍ਰਜਾ ਜਿਹੜੀ ਹੈ ਉਹ ਫਿਰ ਖੁਸ਼ ਹੈ, ਔਰ ਪ੍ਰਜਾ ਦਾ ਵਿਸ਼ਵਾਸ ਸਰਕਾਰ ਤੇ ਹੀ। ਪਰ ਜਿਹੜੇ ਹਾਲਾਤ ਦਿਨ ਪ੍ਰਤੀ ਦਿਨ ਮਤਲਬ ਜੋ ਜਿਵੇਂ, ਹਾਲਾਂਕਿ ਲੋਕਤੰਤਰਿਕ ਢਾਂਚਾ ਜਿਹੜਾ ਹੈਗਾ ਉਹ ਸਾਰੀ ਦੁਨੀਆ ਦੇ ਵਿੱਚ ਹੈ, ਦੇਖਣ ਦੇ ਵਿੱਚ ਰੂਪ ਇਹ ਹੈ ਸਰਕਾਰਾਂ ਦਾ ਕਿ ਲੋਕ ਆਪਣੀਆਂ ਸਰਕਾਰਾਂ ਆਪ ਚੁਣਦੇ ਆ, ਪਰ ਪਤਾ ਨਹੀਂ ਕਿਉਂ ਕਿ ਨਤੀਜੇ ਜਿਹੜੇ ਹੈ, ਨਤੀਜੇ ਮਤਲਬ ਇਨਸਾਨੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਬਜਾਏ ਇਨਸਾਨੀ ਜ਼ਿੰਦਗੀ ਕੰਪਲਿਕੇਟਡ, ਦੁਸ਼ਵਾਰੀਆਂ ਭਰਪੂਰ ਔਰ ਮਤਲਬ ਜਿਹੜੀ ਹੈ ਮੁਸ਼ਕਲ ਜ਼ਿੰਦਗੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਬਣਦੀ ਜਾ ਰਹੀ ਹੈ ਜੀ। ਚਾਹੇ ਬੇਸ਼ੱਕ ਕਿ ਸਾਧਨਾਂ ਦੀ ਕੋਈ ਕਮੀ ਨਹੀਂ, ਬੜਾ ਮਤਲਬ ਜਿਹੜੀ ਹੈ ਤਰੱਕੀ ਹੋਈ ਹੈ, ਹੋਰ ਸਾਰਾ ਕੁਝ ਹੈਗਾ, ਪਰ ਫਿਰ ਵੀ ਜਿਹੜੀ ਹੈ ਇਨਸਾਨ ਦੀ ਖੁਸ਼ੀ ਹੈ, ਜਿਹੜੀ ਮਤਲਬ ਜਿਹੜੀ ਉਹ ਸਿਹਤਯਾਬੀ ਜਿਹੜੀ ਹੈਗੀ ਹੈ, ਉਹ ਕਿਤੇ ਨਾ ਕਿਤੇ ਅਲੋਪ ਹੁੰਦੀ ਜਾਂਦੀ ਹੈ। ਔਰ ਮੈਂ ਸਮਝਦਾ ਇਹ ਗੱਲ ਮੈਂ ਇਸ ਕਰਕੇ ਕੀਤੀ ਆ ਕਿ ਕੁਦਰਤ ਦੀਆਂ ਮਿਹਰਬਾਨੀਆਂ ਵੀ ਬਹੁਤ ਨੇ, ਤੇ ਕੁਦਰਤ ਦੀਆਂ ਪ੍ਰਕੋਪੀਆਂ ਵੀ ਇਨਸਾਨ ਨੂੰ ਝੱਲਣੀਆਂ ਪੈਂਦੀਆਂ। ਉਹ ਤਾਂ ਜੁਗਾਂਤਰਾਂ ਤੋਂ ਚੱਲਦਾ ਹੈ ਜੀ, ਠੀਕ ਹੈ ਜੀ। ਪਰ ਉਹਨਾਂ ਨੂੰ ਝੇਲਣ ਵਾਸਤੇ ਜਿਹੜਾ ਹੈ, ਤੇ ਜਿਸ ਤਰ੍ਹਾਂ ਇੱਕ ਮਾਂ ਬੱਚੇ ਨੂੰ ਮਤਲਬ ਜਦੋਂ ਕੋਈ ਇੱਕ ਧੁੱਪ ਤੋਂ, ਛਾਂ ਤੋਂ, ਮਤਲਬ ਹਰ ਇੱਕ ਮਤਲਬ ਬਦਲਦੇ ਮੌਸਮ ਤੋਂ ਉਹਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਹੈ, ਤਾਂ ਇਸੇ ਤਰ੍ਹਾਂ ਮਤਲਬ ਜਿਹੜੀ ਸਰਕਾਰਾਂ ਹੈ ਨਾ, ਜਿਹੜੀ ਸਰਕਾਰਾਂ ਨੂੰ ਪ੍ਰਜਾ ਨੂੰ ਮਤਲਬ ਜਦੋਂ ਵੀ ਕੋਈ ਪ੍ਰਕੋਪੀ ਆਉਂਦੀ ਹੈ, ਚਾਹੇ ਉਹ ਹੜ੍ਹਾਂ ਦੀ ਪ੍ਰਕੋਪੀ ਹੈ, ਚਾਹੇ ਉਹ ਕੋਈ ਮਹਾਮਾਰੀ ਹੈ, ਚਾਹੇ ਕੁਝ ਵੀ ਹੈ, ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ ਚਾਹੀਦਾ। ਸਾਰੀਆਂ ਸਿਆਸੀ ਗੱਲਾਂ ਬਾਤਾਂ ਭੁੱਲ ਕੇ ਹਰ ਇੱਕ ਪਾਰਟੀ ਨੂੰ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਸਹਿਯੋਗ ਵੀ ਕਰਨਾ ਚਾਹੀਦਾ ਸਰਕਾਰਾਂ ਦਾ, ਔਰ ਸਭ ਤੋਂ ਪਹਿਲਾਂ ਸਰਕਾਰ ਨੂੰ ਕਲਾਵੇ ਦੇ ਵਿੱਚ ਲੈਣਾ ਚਾਹੀਦਾ। ਪਰ ਇਸ ਸਮੇਂ ਦੇ ਵਿੱਚ ਆ ਪਿਛਲੀ ਮਹਾਮਾਰੀ ਦੇ ਜਦੋਂ ਦੀ ਇਹ ਸ਼ੁਰੂ ਹੋਈ ਹੈ, ਠੀਕ ਹੈ, ਮਤਲਬ ਆਪਾਂ ਕੋਈ ਨੁਕਤਾਚੀਨੀ ਕਰਨਾ ਹੀ ਆਪਣਾ ਮਤਲਬ ਨਹੀਂ ਹੈ, ਪਰ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਨਾ, ਮਤਲਬ ਕੋਈ ਜਿਹੜੇ ਫੈਸਲੇ ਹੋ ਰਹੇ ਹੈ, ਜਿਹੜੇ ਮਤਲਬ ਨਿੱਤ ਦਿਹਾੜੀ, ਹੁਣ ਲੋਕਡਾਊਨ ਹੈ, ਇੱਕ ਚੰਗੀ ਪ੍ਰਕਿਰਿਆ ਸੀ, ਹੋਣੀ ਚਾਹੀਦੀ ਸੀ, ਠੀਕ ਹੈ, ਪਰ ਜਿਹੜਾ ਉਹਦੀ ਇੰਪਲੀਮੈਂਟੇਸ਼ਨ ਹੈ ਉਹ ਬੜੀ ਮਤਲਬ ਲੋਕਾਂ ਦੇ ਵਿੱਚ ਚਰਚਾ ਭਰਪੂਰ ਸੀ ਜੀ। ਕਿਉਂਕਿ ਮਤਲਬ ਮੈਂ ਮਾਂ ਵਾਲੀ ਗੱਲ ਇਸ ਕਰਕੇ ਕੀਤੀ ਹੈ ਕਿ ਪ੍ਰਜਾ ਜਿਹੜੀ ਹੈ ਨਾ, ਉਹ ਸਰਕਾਰ ਨੂੰ ਮਤਲਬ ਹਰ ਤਰ੍ਹਾਂ ਦੀ ਕੋਆਪਰੇਸ਼ਨ ਦੇਣ ਨੂੰ ਤਿਆਰ ਹੁੰਦੀ ਹੈ, ਕੋਈ ਐਸੀ ਗੱਲ ਨਹੀਂ ਹੈ, ਪਰ ਸਰਕਾਰ ਦੇ ਜਿਹੜੇ ਢੰਗ ਤਰੀਕੇ ਆ ਉਹ ਬਸ਼ਰਤੇ ਕਿ ਉਹ ਜਿਹੜੇ ਹੈਗੇ ਆ ਉਹ ਪ੍ਰੋਪਰ ਹੋਣ, ਉਹ ਵਧੀਆ ਹੋਣ। ਹੁਣ ਜਦੋਂ ਉਹ ਮਤਲਬ ਕਈ ਵਾਰ ਮਤਲਬ ਫੈਸਲੇ ਜਿਹੜੇ ਹੈ ਉਹ ਉੱਪਰ ਹੋ ਜਾਂਦੇ ਹੈ, ਔਰ ਜਦੋਂ ਉਹਨਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਲਾਗੂ ਕਰਨ ਵੇਲੇ ਮਤਲਬ ਜਿਹੜਾ ਹੈਗਾ ਉਹ ਲੋਕਾਂ ਦੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਲਝਣਾਂ ਪੈਦਾ ਹੋਣੀਆਂ, ਜਿਹੜੀਆਂ ਮੁਸ਼ਕਲਾਂ ਪੈਦਾ ਹੋਣੀਆਂ, ਉਹਨਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਜਾਂਦਾ। ਇੱਕ ਤਾਂ ਇਹ ਕਾਰਨ ਹੈਗਾ। ਦੂਸਰਾ ਜਿਹੜਾ ਹੈਗਾ, ਮੈਂ ਇੱਕ ਇਹ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਮਾਸਕ ਦੀ ਗੱਲ ਕੀਤੀ ਹੈ, ਮੈਨੂੰ ਇਹ ਲੱਗਦਾ ਹੈ ਕਿ ਆਪਣੇ ਨਾ ਪੰਜਾਬੀ
ਮਤਲਬ ਪੰਜਾਬੀ ਦੇ ਵਿੱਚ ਮੈਡੀਕਲ ਲਾਈਨ ਹੈ ਜਿਹੜੀ ਜਿਹਨੇ ਸਾਨੂੰ ਇਸ ਬਿਮਾਰੀ ਦੇ ਦੌਰਾਨ ਸਿੱਖਿਆ ਦੇਣੀ ਹੈ ਜੀ, ਤਾਂ ਮੈਡੀਕਲ ਲਾਈਨ ਦਾ ਜਿੰਨਾ ਲਿਟਰੇਚਰ, ਜਿੰਨੀਆਂ ਵੀਡੀਓਜ਼, ਜਿੰਨੀਆਂ ਕੋਈ ਆਡੀਓਜ਼ ਜਾਂ ਹੋਰ ਕੋਈ ਪ੍ਰੋਗਰਾਮਸ ਜਿਹੜੇ ਹੈਗੇ ਆ, ਉਹ ਜ਼ਿਆਦਾਤਰ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਜੀ ਮਤਲਬ ਮਿਲਦੇ ਆ। ਔਰ ਇਸ ਕਰਕੇ ਮੈਂ ਸਮਝਦਾ, ਮੈਂ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਤਾਂ ਗੱਲ ਕਰਨੀ ਚਾਹੁੰਦਾ ਕਿ ਪੰਜਾਬੀ ਸਰੋਤਿਆਂ ਦੇ ਵਾਸਤੇ ਮਤਲਬ ਇਸ ਮੈਟਰ ਦੀ ਕਾਫੀ ਘਾਟ ਹੈ ਜੀ। ਔਰ ਉਹ ਘਾਟ ਹੋਣ ਕਰਕੇ ਮਤਲਬ ਜਿਹੜੇ ਸਾਡੇ ਦੂਰ ਦਰਾਡੇ ਬੈਠਾ ਦਰਸ਼ਕ ਜਾਂ ਮਤਲਬ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਹੈ ਜਿਹੜੇ, ਉਹਨਾਂ ਦੇ ਤੱਕ ਜਿਹੜੀ ਜਾਣਕਾਰੀ ਹੈ ਉਹ ਮਤਲਬ ਉਹਦਾ ਕੋਈ ਜ਼ਰੀਆ ਨਹੀਂ ਹੈਗਾ ਪਹੁੰਚਣ ਦਾ, ਪ੍ਰੋਪਰ ਜ਼ਰੀਆ ਨਹੀਂ ਹੈ। ਔਰ ਇਸ ਕਰਕੇ ਵੀ ਕਈ ਵਾਰ ਉਹ ਲੋਕ ਮਤਲਬ ਜਿਹੜੇ ਹੈਗੇ ਉਹ ਇਹ ਮਹਿਸੂਸ ਕਰਦੇ ਆ ਕਿ ਆ ਜਿਸ ਤਰ੍ਹਾਂ ਤੁਸੀਂ ਮਾਸਕ ਦੀ ਗੱਲ ਆਪਾਂ ਥੋੜੀ ਜਿਹੀ ਵਿਸਥਾਰ 'ਚ ਕਰ ਲਈਏ, ਨਾਲੇ ਗੱਲ ਦੀ ਸਮਝ ਪੈ ਜਾਏਗੀ ਕਿ ਮੈਂ ਕੀ ਕਹਿਣਾ ਚਾਹੁੰਦਾ। ਮਤਲਬ ਉਹ ਇਹ ਗੱਲ ਜਿਹੜੀ ਆ ਹੁਣ ਬਹੁਤ ਕਾਫੀ ਹੱਦ ਤੱਕ ਸਪਸ਼ਟ ਹੋ ਚੁੱਕੀ ਆ ਕਿ ਕਰੋਨਾ ਮਹਾਮਾਰੀ ਜਿਹੜੀ ਆ ਉਹ ਇੱਕ ਮੈਨ ਮੇਡ ਪ੍ਰੋਬਲਮ ਹੈ, ਇਨਸਾਨ ਦੀ ਆਪਣੀ ਝੇਲੀ ਹੋਈ ਇੱਕ ਪਰੇਸ਼ਾਨੀ ਹੈ। ਸੋ ਇਹਦੇ ਤੋਂ ਪਰਦੇ ਚੁੱਕੇ ਜਾਣਗੇ, ਹੌਲੀ ਹੌਲੀ ਪਰਦੇ ਚੁੱਕੇ ਜਾਣਗੇ। ਵਕਤ ਲੱਗੇਗਾ, ਅਗਲੀਆਂ ਪੀੜ੍ਹੀਆਂ ਵਿਸ਼ਲੇਸ਼ਣ ਕਰਨਗੀਆਂ ਕਿਉਂਕਿ ਬਹੁਤ ਵੱਡੀ ਮਹਾਮਾਰੀ ਦੇ ਰੂਪ ਦੇ ਵਿੱਚ ਆਈ ਹੈ। ਦੋ ਵੱਡੇ ਮੁਲਕ ਜਿਹੜੇ ਹੈ ਉਹ ਇੱਕ ਦੂਜੇ ਨੂੰ ਮਤਲਬ ਇਹ ਸਿੱਧ ਕਰਨ ਤੇ ਲੱਗੇ ਹੋਏ ਨੇ ਕਿ ਉਹ ਕਹਿੰਦਾ ਜੀ ਇਹਨਾਂ ਦੀ ਨਿਸਬਤ ਇਹ ਸਾਰੀ ਦੁਨੀਆ ਇਹ ਪ੍ਰੋਬਲਮ ਝੇਲ ਰਹੀ ਹੈ, ਉਹ ਕਹਿੰਦੇ ਜੀ ਉਹਨਾਂ ਦੀ ਨਿਸਬਤ ਝੇਲ ਰਹੀ ਹੈ। ਇਹ ਚਲੋ ਇੱਕ ਮਤਲਬ ਵੱਡੀ ਕਹਾਣੀ ਹੈ। ਇਹ ਹੌਲੀ ਹੌਲੀ ਮੇਰੇ ਖਿਆਲ ਦੇ ਵਿੱਚ ਇਹਨੂੰ ਸਮਾਂ ਲੱਗੂਗਾ ਔਰ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆਊਗਾ ਕਿ ਗੱਲ ਕੀ ਸੀ। ਪਰ ਆਪਾਂ ਜੇ ਥੋੜ੍ਹਾ ਜਿਹਾ ਹੋਰ ਮਤਲਬ ਥੱਲੜੇ ਪੱਧਰ 'ਤੇ ਆ ਕੇ ਜੇ ਗੱਲ ਕਰੀਏ ਤਾਂ ਉਹ ਇਹ ਹੈਗਾ ਕਿ ਮਤਲਬ ਜਦੋਂ ਇਹ ਸਮੱਸਿਆ ਜਿਹੜੀ ਹੈਗੀ ਹੈ ਇਹਨੂੰ ਝੇਲਣ ਦੇ ਵਾਸਤੇ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਮੈਡੀਕਲ ਲਾਈਨ ਹੈ ਜਿਹੜੀ, ਮੈਡੀਕਲ ਲਾਈਨ ਦੀ ਨੇ ਹੀ ਸਾਰਾ ਕੁਝ ਸਾਨੂੰ ਮਤਲਬ ਇਹਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ, ਇਹ ਸਾਰਾ ਕੁਝ ਮਤਲਬ ਇੱਧਰੋਂ ਸਾਡੇ ਤੱਕ ਪਹੁੰਚਣਾ ਹੈ। ਔਰ ਉਹਦੇ ਵਿੱਚ ਮਖੂ ਸਾਹਿਬ ਗੱਲ ਤਾਂ ਇਹ ਆਮ ਹਰ ਇਨਸਾਨ ਜਾਣਦਾ ਹੈ ਕਿ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ, ਦਵਾਈਆਂ ਦਾ ਕਾਰੋਬਾਰ ਹੈ ਜਿਹੜਾ ਇਨਸਾਨੀ, ਚਾਹੇ ਪਸ਼ੂਆਂ ਦੀਆਂ ਦਵਾਈਆਂ ਚਾਹੇ ਇਨਸਾਨੀ ਦਵਾਈਆਂ ਜਿਹੜੀਆਂ ਹੈਗੀਆਂ, ਇਹਨਾਂ ਦਾ ਜਿਹੜਾ ਕਾਰੋਬਾਰ ਹੈ ਇਹ ਕਾਰੋਬਾਰ ਐਡੇ ਵੱਡੇ ਪੱਧਰ ਤੇ ਹੈ ਔਰ ਇੰਨਾ ਮਤਲਬ ਇਹਦਾ ਕਿ ਸਾਰੀ ਦੁਨੀਆ ਦੀਆਂ ਸਰਕਾਰਾਂ ਦੇ ਉੱਤੇ ਮਤਲਬ ਇਹਦਾ ਕਬਜ਼ਾ ਹੈ। ਅੱਛਾ ਜੀ, ਹਾਂਜੀ। ਇਹ ਜਿਹੜੇ ਆਪਾਂ ਨਾ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਮੈਡੀਕਲ ਕਾਰੋਬਾਰ ਹੈ, ਹਾਂਜੀ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ, ਇਹ ਤਾਂ ਆਪਣੇ ਆਹ ਛੋਟੇ ਛੋਟੇ ਇੱਥੇ ਜਿੱਦਾਂ ਕੋਈ ਪੰਜਾਬ ਦੇ ਵਿੱਚ ਹੈ, ਕੋਈ 2 ਜ਼ਿਲ੍ਹਿਆਂ 'ਚ ਸਰਗਰਮ ਹੈ, ਕੋਈ ਇੱਦਾਂ ਜਿੱਦਾਂ ਇਹ ਜਿਹੜੀ ਇਹ ਇੰਡਸਟਰੀ ਹੈ ਜੀ, ਇਹ ਜਿਹੜੀ ਇੰਡਸਟਰੀ ਹੈ ਨਾ ਫਾਰਮਾਸਿਊਟੀਕਲ ਇੰਡਸਟਰੀ, ਇਹ ਮਤਲਬ ਦੁਨੀਆ ਦੇ ਬਹੁਤ ਵੱਡੇ ਵੱਡੇ ਲੋਕਾਂ ਦਾ ਮਤਲਬ ਇੱਕ ਉਹ ਇਸ ਲਾਈਨ 'ਚ ਨੇ ਔਰ ਇੱਕ ਬੜਾ ਤਕੜਾ ਸਮੂਹ ਹੈ ਜੀ। ਔਰ ਮੈਂ ਸਮਝਦਾ ਹਾਂ ਕਿ 80% ਤੋਂ ਵੱਧ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਹੈ ਉਹਨਾਂ ਦੇ ਬਣਨ ਦੇ ਵਿੱਚ, ਉਹਨਾਂ ਦੀ ਬਣਤਰ ਤੈਅ ਕਰਨ ਦੇ ਵਿੱਚ ਜੀ, ਔਰ ਉਹਨਾਂ ਨੂੰ ਮਤਲਬ ਲਗਾਮ ਪਾ ਕੇ, ਜਿਵੇਂ ਘੋੜੇ ਦੀ ਲਗਾਮ ਹੁੰਦੀ ਹੈ, ਔਰ ਉਹ ਲਗਾਮ ਜਿਹੜੀ ਹੈਗੀ ਹੈ ਉਹ ਇਸ ਇੰਡਸਟਰੀ ਦੇ ਹੱਥ 'ਚ ਹੁੰਦੀ ਹੈ। ਔਰ ਬੇਸ਼ੱਕ ਅਸੀਂ ਮੰਨੀਏ ਜਾਂ ਨਾ ਮੰਨੀਏ, ਦਰਸ਼ਕ ਹੋ ਸਕਦਾ ਹੈ ਇਸ ਗੱਲ ਨੂੰ ਥੋੜ੍ਹਾ ਜਿਹਾ ਕਹਿਣ ਕਿਉਂਕਿ ਇਹ ਬਹੁਤ ਵਿਸਥਾਰ ਦੇ ਨਾਲ ਜਾਂ ਤਾਂ ਮਤਲਬ ਇਹਦੇ ਬਾਰੇ ਗੱਲਾਂ ਕੀਤੀਆਂ ਜਾਣ, ਤਾਂ ਅਸਲ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨਾ ਉਹ ਇਸ ਇੰਡਸਟਰੀ ਦਾ ਜਿਹੜਾ ਵੱਡਾ ਗਰੁੱਪ ਜਿਹੜੇ ਹੈਗੇ ਆ ਉਹ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਅਗਲੀਆਂ ਮਤਲਬ ਨਾ ਅਗਲੇ ਸਮੇਂ ਦੇ ਵਿੱਚ ਦੁਨੀਆ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਣਾ, ਇਹ ਵੀ ਉਹ ਡਿਸਾਈਡ ਕਰਦੇ ਨੇ ਜੀ। ਔਰ ਉਹ ਡਿਸਾਈਡ ਕਰਕੇ ਤੇ ਬਾਕੀ ਦੁਨੀਆ ਤਾਂ ਜਿਹੜੀ ਹੈਗੀ ਉਹ ਮਗਰ ਉਹਨਾਂ ਦੀ ਪਲੈਨਿੰਗ ਦੇ ਮੁਤਾਬਕ ਚੱਲਦੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਆ ਜਿਹੜਾ ਨਾ ਮਤਲਬ ਇੱਕ ਮੈਂ ਤੁਹਾਨੂੰ ਇਹਦੇ ਵਾਸਤੇ ਇੱਕ ਉਦਾਹਰਨ ਦਿੰਦਾ ਚੱਲਾਂ, ਵੈਕਸੀਨੇਸ਼ਨ ਜੀ, ਆਪਾਂ ਦਰਸ਼ਕ ਸਾਰੇ ਸਮਝਦੇ ਆ ਵੈਕਸੀਨਸ ਜਿਹੜੀਆਂ ਆਪਾਂ ਲੈਂਦੇ ਆ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਜਨਮ ਦੇ ਵੇਲੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਆਉਣ ਤੋਂ ਬਚਣ ਵਾਸਤੇ ਜਿਹੜੇ ਕੋਈ ਟੀਕੇ, ਜਿਨ੍ਹਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਲੋਧੇ ਲੱਗਦੇ ਆ, ਪਹਿਲਾਂ ਉਦੋਂ ਕੋਈ ਇੱਦਾਂ ਦਾਗ ਦੂਗ ਦਿੰਦੇ ਸੀ, ਉਦੋਂ ਦਾ ਨਾਮ ਚੱਲਿਆ, ਤਾਂ ਹੁਣ ਤਾਂ ਵੈਸੇ ਸਾਰੇ ਆਪਣੇ ਲੋਕ ਸਮਝਦੇ ਆ ਕਿ ਵੈਕਸੀਨਸ ਜੀ,
ਉਹ ਮਤਲਬ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਇੱਕ ਪ੍ਰੋਸੈਸ ਹੈ, ਅੰਗਰੇਜ਼ੀ ਦਾ ਇਹ ਨਾਮ ਹੈ ਕਿ ਮਤਲਬ ਕਿਸੇ ਵੀ ਬਿਮਾਰੀ ਦੇ ਆਉਣ ਤੋਂ ਪਹਿਲਾਂ ਦਾ ਟੀਕਾਕਰਨ, ਉਹਨੂੰ ਵੈਕਸੀਨੇਸ਼ਨ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਜੇ ਮੈਡੀਕਲ ਲਾਈਨ ਤੋਂ ਆਪਾਂ ਇੱਧਰ ਗੱਲ ਕਰਨੀ ਹੋਵੇ ਤਾਂ ਉਹਨੂੰ ਵੈਕਸੀਨੇਸ਼ਨ ਕਿਹਾ ਜਾਂਦਾ। ਵੈਕਸੀਨੇਸ਼ਨ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਵੱਡਾ ਮਤਲਬ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਬਹੁਤ ਵੱਡਾ ਇੱਕ ਪ੍ਰੋਗਰਾਮ ਹੈ ਜੀ ਇਹਨਾਂ ਕੰਪਨੀਆਂ ਦਾ। ਔਰ ਵੈਕਸੀਨੇਸ਼ਨ ਜਿਹੜੀ ਹੈ ਉਹਨੂੰ ਬਣਾਇਆ ਤੇ ਦੱਸਿਆ ਤੇ ਪ੍ਰਚਾਰਿਆ ਇਸ ਗੱਲ ਨਾਲ ਜਾਂਦਾ ਹੈ ਕਿ ਇਨਸਾਨ ਨੂੰ ਵੈਕਸੀਨੇਸ਼ਨ ਜਦੋਂ ਅਸੀਂ ਕਰਾਂਗੇ ਤਾਂ ਉਹ ਬਿਮਾਰੀਆਂ ਤੋਂ ਬਚੇਗਾ ਜੀ। ਜਦ ਕਿ ਵੈਕਸੀਨੇਸ਼ਨ ਦੇ ਨਤੀਜੇ ਇਹ ਮਤਲਬ ਇਹਦੇ ਵਾਸਤੇ ਮੈਂ ਮਤਲਬ ਲਿੰਕਸ ਵੀ ਦੇ ਸਕਦਾ ਤੁਹਾਨੂੰ, ਜਿਹੜੇ ਜਿੱਥੋਂ ਤੁਸੀਂ ਇਹਦੇ ਬਾਰੇ ਮਤਲਬ ਬੜੇ ਵੱਡੇ ਇਸ ਲਾਈਨ ਦੇ ਜਿਹੜੇ ਲੋਕ ਨੇ ਉਹਨਾਂ ਨੇ ਵੀ ਮਤਲਬ ਇਹ ਗੱਲਾਂ ਉਜਾਗਰ ਕੀਤੀਆਂ ਕਿ ਵੈਕਸੀਨੇਸ਼ਨ ਨੇ ਸਗੋਂ ਜਿੰਨੀਆਂ ਬਿਮਾਰੀਆਂ ਸ਼ੁਰੂ ਕੀਤੀਆਂ ਔਰ ਖਾਸ ਤੌਰ ਤੇ ਵੈਕਸੀਨੇਸ਼ਨ ਨੇ ਕੈਂਸਰ ਸ਼ੁਰੂ ਕੀਤਾ ਜੀ, ਔਰ ਉਹ ਵੈਕਸੀਨੇਸ਼ਨ ਦੀ ਨਿਸਬਤ ਸ਼ੁਰੂ ਹੋਇਆ। ਔਰ ਆਪਾਂ ਜੇਕਰ ਇਹ ਗੱਲ ਮੰਨ ਵੀ ਲਈਏ ਕਿ ਵੈਕਸੀਨੇਸ਼ਨ ਜਦੋਂ ਸਟਾਰਟ ਕੀਤੀ ਸੀ, ਹੋ ਸਕਦਾ ਹੈ ਕਿ ਉਸ ਵੇਲੇ ਸਾਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਵੈਕਸੀਨੇਸ਼ਨ ਦੀ ਨਿਸਬਤ ਕੈਂਸਰ ਹੋ ਜਾਏਗਾ, ਤਾਂ ਹੁਣ ਤੱਕ ਤਾਂ ਬਹੁਤ ਕੁਝ ਕਲੀਅਰ ਹੋ ਗਿਆ। ਪਰ ਅੱਜ ਵੀ ਮਖੂ ਸਾਹਿਬ ਤੁਸੀਂ ਸੱਚ ਜਾਣਿਓ, ਮੇਰਾ ਮਨ ਇਹ ਮੰਨਦਾ ਹੈ ਕਿ ਅੱਜ ਵੀ ਕਿਸੇ ਵੱਡੀ ਵੈਕਸੀਨੇਸ਼ਨ ਦੀ ਤਿਆਰੀ ਹੋ ਰਹੀ ਹੈ। ਔਰ ਮਹਾਰਥੀ ਜਿਹੜੇ ਇਹਨਾਂ ਲਾਈਨਾਂ ਦੇ ਲੋਕ ਹੈ ਉਹ ਇਸ ਗੱਲ ਤੋਂ ਡਰ ਰਹੇ ਹੈ ਕਿ ਉਹ ਇਹ ਜਨਮ ਤੋਂ ਤਾਂ ਕਿਹਾ ਤਾਂ ਕੀ ਕਿਹਾ, ਮੈਨੂੰ ਤਾਂ ਇਸ ਗੱਲ ਦਾ ਵੀ ਖਦਸ਼ਾ ਹੈ ਕਿ ਹੋ ਸਕਦਾ ਹੈ ਕੁਝ ਸਮੇਂ ਦੇ ਵਿੱਚ ਇਹ ਜਿਹੜੇ ਇਹ ਲੋਕ ਨੇ ਇਹਨਾਂ ਦਾ, ਕਿਉਂਕਿ ਉਹਨਾਂ ਦਾ ਕੰਮ ਇਕੱਲਾ ਬਿਜ਼ਨਸ ਕਰਨਾ ਹੈ, ਉਹਨਾਂ ਦਾ ਇਨਸਾਨੀ ਜ਼ਿੰਦਗੀ ਨੂੰ ਬਚਾ ਕੇ ਰੱਖਣਾ ਜ਼ਰੂਰ ਹੈ ਪਰ ਉਹਨੂੰ ਰਿਸ਼ਟ ਪੁਸ਼ਟ ਰੱਖਣਾ ਉਹਨਾਂ ਦਾ ਟੀਚਾ ਨਹੀਂ ਹੈਗਾ। ਰਿਸ਼ਟ ਪੁਸ਼ਟ ਰੱਖਣਾ ਉਹਨਾਂ ਦਾ ਜੇ ਟੀਚਾ ਹੁੰਦਾ ਨਾ ਤਾਂ ਰਿਸ਼ਟ ਪੁਸ਼ਟ ਰੱਖਣ ਵਾਸਤੇ ਉਹ ਏਡੇ ਧਨਾੜ ਤੇ ਏਡੀਆਂ ਵੱਡੀਆਂ ਕੰਪਨੀਆਂ ਨੇ ਸਾਰੀ ਦੁਨੀਆ ਦੀ ਭੁੱਖਮਰੀ ਜਿਹੜੀ ਹੈਗੀ ਹੈ ਉਹ 10 ਦਿਨਾਂ ਦੇ ਵਿੱਚ ਦੂਰ ਕਰ ਸਕਦੇ ਆ। ਪਰ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਇਹ ਉਹਨਾਂ ਦਾ ਮਤਲਬ ਮੁੱਖ ਮਕਸਦ ਇਹ ਨਹੀਂ ਹੈਗਾ। ਹਾਂ, ਇਨਸਾਨ ਨੂੰ ਜਿਉਂਦਾ ਰੱਖਣਾ, ਕਿਉਂਕਿ ਜਿਉਂਦਾ ਰਹੇਗਾ ਉਹਦੇ ਟੀਕੇ ਲੱਗਦੇ ਰਹਿਣਗੇ, ਉਹਦੇ ਆਪਰੇਸ਼ਨ ਹੁੰਦੇ ਰਹਿਣਗੇ, ਠੀਕ ਹੈ ਨਾ, ਔਰ ਇਹਨਾਂ ਦਾ ਧੰਦਾ ਚੱਲਦਾ ਰਹੂਗਾ। ਮੈਨੂੰ ਇਹ ਲੱਗਦਾ ਹੈ ਕਿ ਇਹ ਹੋ ਸਕਦਾ ਹੈ ਕੋਈ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਹੈਗਾ ਨਾ ਕੋਈ ਇਹੋ ਜਿਹਾ ਕੋਈ ਟੀਕਾ ਜਿਹੜਾ ਕੋਈ 10-20 ਹਜ਼ਾਰ ਰੁਪਈਆ ਕਾਸਟ ਕਰਦਾ ਹੋਵੇ ਤੇ ਹਰੇਕ ਤੇਰੇ ਮੇਰੇ ਵਰਗੇ ਨੇ ਭੱਜ ਕੇ ਲਵਾਉਣਾ ਵੀ ਕਿਤੇ ਮੈਨੂੰ ਕਰੋਨਾ ਨਾ ਹੋ ਜਾਏ ਯਾਰ, ਆਹ ਟੀਕਾ ਨਿਕਲ ਆਇਆ ਤੇ ਇਹਦੇ ਨਾਲ ਬਚਤ ਹੋ ਜਾਏਗੀ। ਤੇ ਇਹ ਮਤਲਬ ਕੋਈ ਇਸ ਤਰ੍ਹਾਂ ਦੇ ਛੜਯੰਤਰਾਂ ਦੀ ਹਰ ਤਰ੍ਹਾਂ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇੱਕ ਤਾਂ ਇਹ ਗੱਲ ਜਿਹੜੀ ਹੈਗੀ ਹੈ ਤੇ ਵੈਕਸੀਨੇਸ਼ਨ ਤਾਂ ਇਹਦੀ ਜਿਹੜੀ ਹੈਗੀ ਹੈ ਨਾ ਉਹ ਜਦੋਂ ਵੀ ਤਿਆਰ ਹੋਏਗੀ ਤਾਂ ਉਹ ਇੱਕ ਬੜੀ ਵੱਡੀ ਮਤਲਬ ਜਿਹੜੀ ਹੈਗੀ ਹੈ ਉਹ ਚਲੋ ਇਹਦੇ ਵਾਸਤੇ ਆਪਾਂ ਐਡਵਾਂਸ ਦੇ ਵਿੱਚ ਇਹ ਗੱਲ ਕਹਿਣੀ ਵੀ ਕੋਈ ਜ਼ਿਆਦਾ ਵਾਜਬ ਨਹੀਂ ਹੈਗੀ ਕਿ ਉਹ ਇੱਕ ਮਤਲਬ ਹੋ ਸਕਦਾ ਹੈ ਕਿ ਉਹ ਕੋਈ ਸਾਨੂੰ ਪ੍ਰੋਟੈਕਸ਼ਨ ਵੀ ਦੇਵੇ ਜੀ, ਪਰ ਇਹ ਮਤਲਬ ਮੈਂ ਇਹ ਗੱਲ ਤਾਂ ਕਰ ਰਿਹਾ ਕਿ ਇਹ ਨਿਰਾਪੁਰਾ ਜਿਹੜਾ ਹੈਗਾ ਨਾ ਇਹ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਵਾਸਤੇ ਨਹੀਂ, ਇਹ ਸਗੋਂ ਇੱਕ ਨਾ ਮਤਲਬ ਇੱਕ ਇਨਸਾਨ ਦੀ ਵੈਲਥ ਦੇ ਉੱਤੇ ਮਤਲਬ ਸਧਾਰਨ ਇਨਸਾਨ ਦੀ ਜੇਬ ਦੇ ਉੱਤੇ ਪੂਰਾ ਮਤਲਬ ਜਿਹੜਾ ਹੈਗਾ ਡਰਾ ਕੇ ਡਾਕਾ ਮਾਰਨ ਵਾਲਾ ਜਿਹੜਾ ਧੰਦਾ ਹੈ ਉਹ ਇਹ ਬਣਿਆ ਹੋਇਆ ਹੈ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ। ਮਾਸਕ ਵਾਲਾ ਫੈਸਲਾ ਤੁਸੀਂ ਸੋਚੋ ਕਿ ਮਤਲਬ ਜਦੋਂ ਕਰੋਨਾ ਦੀ ਸਮੱਸਿਆ ਸ਼ੁਰੂ ਹੋਈ ਆ ਤਾਂ ਉਸ ਵੇਲੇ ਕੁਝ ਥਾਵਾਂ ਦੇ ਉੱਤੇ ਜਿਹੜੇ ਲੋਕ ਕਰੋਨਾ ਦੇ ਪੇਸ਼ੈਂਟਸ ਨੂੰ ਹੈਂਡਲ ਕਰਦੇ ਹੈ ਜਾਂ ਜਿਹੜੇ ਉੱਥੇ ਉਹਨਾਂ ਜਗ੍ਹਾ ਦੇ ਉੱਪਰ ਰਹਿ ਰਹੇ ਹੈ ਉਹਨਾਂ ਦਾ ਮੂੰਹ ਬੰਨ੍ਹ ਕੇ ਰੱਖਣਾ ਜਾਂ ਮਤਲਬ ਉਹਨਾਂ ਦੇ ਪ੍ਰੋਪਰ ਜਿਹੜੇ ਮੈਡੀਕੇਟਡ ਮਾਸਕ ਜਿਹੜੇ ਹੈਗੇ ਡਿਜ਼ਾਈਨਡ ਮਾਸਕ ਹੈਗੇ ਉਹਨਾਂ ਨੂੰ ਵਰਤਣਾ ਉਹਨਾਂ ਦੀ ਜ਼ਰੂਰਤ ਹੈ ਜੀ। ਔਰ ਉਹਦੇ ਚੱਲਦਿਆਂ ਮਤਲਬ ਇੱਕ ਗੱਲ ਸਾਹਮਣੇ ਆਈ ਕਿ ਮਾਸਕ ਜਿਹੜਾ ਹੈਗਾ ਆਮ ਲੋਕਾਂ ਦੇ ਵਾਸਤੇ ਵੀ ਜਿਹੜਾ ਹੈਗਾ ਉਹ ਜ਼ਰੂਰੀ ਕਰ ਦਿੱਤਾ ਗਿਆ ਕੁਝ ਥਾਵਾਂ ਤੇ। ਮਤਲਬ ਮੈਂ ਪਹਿਲਾਂ ਦੀ ਗੱਲ ਕਰਦਾ ਜਦੋਂ ਸ਼ੁਰੂਆਤ ਫਰਵਰੀ ਮਾਰਚ ਦੇ ਵਿੱਚ, ਤਾਂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦਾ ਕਿਤੇ ਵੀ ਰਿਕਮੈਂਡੇਸ਼ਨ ਨਹੀਂ ਹੈਗੀ ਕਿ ਕਰੋਨਾ ਪਾਰਟਿਕੂਲਰਲੀ ਕਰੋਨਾ ਤੋਂ ਬਚਣ ਦੇ ਵਾਸਤੇ ਮਾਸਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਕਿਤੇ ਵੀ ਨਹੀਂ ਸੀ। ਇਹ ਵਿਸ਼ਾ ਉਦੋਂ ਵੀ ਚੱਲਦਾ ਰਿਹਾ ਪਰ ਕਿਉਂਕਿ ਉਦੋਂ ਤੱਕ ਆਪਣੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿਤੇ ਵੀ ਇਹ ਕੰਪਲਸਰੀ ਨਹੀਂ ਕੀਤਾ ਸੀਗਾ। ਹੌਲੀ ਇਹਨੇ ਕੀ ਰੂਪ ਲਿਆ ਕਿ ਅਚਾਨਕ ਪੰਜਾਬ ਦੇ ਵਿੱਚ ਵੀ ਮਾਸਕ ਜਿਹੜਾ ਹੈਗਾ ਉਹ ਕੰਪਲਸਰੀ ਕਰ ਦਿੱਤਾ ਗਿਆ, ਬੰਦ ਕਮਰੇ 'ਚ ਵੀ ਕਰਤਾ ਜੀ, ਬੰਦ ਕਮਰੇ ਦੇ ਵਿੱਚ ਵੀ ਕਰਤਾ ਜੀ। ਅੱਛਾ, ਉਹ ਇੰਨਾ ਕੰਪਲਸਰੀ ਕਰ ਦਿੱਤਾ ਗਿਆ ਕਿ ਮਤਲਬ ਇੱਕ ਬੰਦਾ ਬਾਈਕ ਦੇ ਉੱਤੇ ਜਾ ਰਿਹਾ ਹੈ ਔਰ ਉੱਥੇ ਅੱਗੇ ਪੁਲਿਸ ਨਾਕਾ ਲੱਗਿਆ ਹੋਇਆ, ਉਹਨੂੰ ਰੋਕ ਕੇ ਉਹਦਾ 500 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ, ਕਿਉਂ ਤੂੰ ਨੰਗੇ ਮੂੰਹ ਜਾ ਰਿਹਾ, ਤੇਰੇ ਮਾਸਕ ਨਹੀਂ ਲੱਗਿਆ ਹੋਇਆ। ਸੋ ਇੰਨਾ ਜ਼ਿਆਦਾ ਇਹਨੂੰ ਇੰਪਲੀਮੈਂਟ ਕਰਨਾ ਅਚਾਨਕ
ਔਰ ਇਹਨੂੰ ਮਤਲਬ ਦੇਖੋ ਬਿਮਾਰੀ ਦਾ ਡਰ ਤਾਂ ਹੈਗਾ ਸਾਨੂੰ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਕੀ ਸਾਡੇ ਫੈਸਲੇ ਜਿਹੜੇ ਹੈਗੇ ਆ ਜਾਂ ਲਏ ਜਾ ਰਹੇ ਫੈਸਲੇ ਜਾਂ ਕੀ ਇਹਦੇ ਮਾਸਕ ਦੇ ਉੱਪਰ ਇਨਸਿਸਟ ਕਰਨਾ ਇੰਨਾ ਜ਼ਰੂਰੀ ਹੈ, ਇਹਦੀ ਬਜਾਏ ਕੁਝ ਹੋਰ ਗੱਲਾਂ ਨਹੀਂ ਸੀਗੀਆਂ ਜਿਨ੍ਹਾਂ ਦੇ ਉੱਤੇ ਇਨਸਿਸਟ ਕਰਨਾ ਹੋਰ ਜ਼ਰੂਰੀ ਸੀ ਜੀ। ਸੋ ਇੱਥੋਂ ਕੁਝ ਖਦਸ਼ੇ ਪੈਦਾ ਹੁੰਦੇ ਨੇ। ਸੋ ਮਾਸਕ ਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਜਾਣਕਾਰੀਆਂ ਜਿਹੜੀਆਂ ਮੇਰੇ ਕੋਲੇ ਨੇ ਜਿੰਨੀ ਕਿ ਮੈਂ ਤੁਸੀਂ ਇਕੱਤਰ ਦੱਸਿਆ ਕੀਤੀ ਸੀ ਹੈ। ਮਾਸਕ ਦੇ ਫਾਇਦੇ ਇੱਕ ਵੱਖਰਾ ਵਿਸ਼ਾ ਪਰ ਮਾਸਕ ਦੇ ਨੁਕਸਾਨ ਨੇ ਮੈਂ ਇਹੀ ਕਹਿਣ ਜਾ ਰਿਹਾ ਸੀ। ਚਾਹਾਂਗਾ ਥੋੜੇ ਸ਼ਬਦਾਂ ਵਿੱਚ ਆਪਾਂ ਉਹ ਗੱਲ ਜ਼ਰੂਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਮਾਸਕ ਜਦੋਂ ਅਸੀਂ ਵਰਤਦੇ ਹਾਂ ਮਖੂ ਸਾਹਿਬ, ਤਾਂ ਸਾਡੀ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਜਿਹੜੀ ਅਸੀਂ ਬਾਹਰ ਕੱਢਦੇ ਹਾਂ, ਤਾਂ ਡਾਟੇ ਇਹ ਕਹਿੰਦੇ ਆ ਕਿ 30% ਤੋਂ ਵੱਧ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਉਹ ਸਾਡੇ ਵਾਪਸ ਚਲੀ, ਜਿਹੜੀ ਅਸੀਂ ਬਾਹਰ ਕੱਢਦੇ ਹਾਂ, ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਔਰ ਇਹਦੀਆਂ ਬਕਾਇਦਾ ਤੌਰ ਤੇ ਮਤਲਬ ਜਿਹੜੇ ਹੈਗੇ ਇਹਦੇ ਅਥੈਂਟਿਕ ਪ੍ਰੂਫਸ ਹੈਗੇ ਨੇ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਮਾਸਕ ਜਦੋਂ ਅਸੀਂ ਲਾਵਾਂਗੇ, ਇਹ ਤਾਂ ਇਕੱਲੀ ਗੱਲ ਕਾਰਬਨ ਡਾਈਆਕਸਾਈਡ ਦੀ ਨਹੀਂ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਅੰਸ਼ ਸਾਡੇ ਸਾਹ ਦੇ ਰਾਹੀਂ ਬਾਹਰ ਨਿਕਲਦੇ, ਔਰ ਉਹ ਸਾਰੇ ਦਾ ਸਾਰੇ ਜਿਹੜੇ ਹੈਗੇ ਆ ਉਹਦੇ ਨਾਲ ਸਾਡਾ ਜਿਹੜਾ ਸਲਾਈਵਾ ਦੀ ਪੈਦਾ ਹੋਣ ਦੀ ਜਿਹੜੀ ਅੰਦਰ ਜਿਹੜੀ ਹੈਗੀ ਆ ਉਹ ਹਾਰਮੋਨਸ ਕੰਮ ਘੱਟ ਕਰਨ ਲੱਗਦੇ ਨੇ। ਔਰ ਜੇ ਕਾਰਬਨ ਡਾਈਆਕਸਾਈਡ 30% ਕਾਰਬਨ ਡਾਈਆਕਸਾਈਡ ਤੁਸੀਂ ਸੋਚ ਕੇ ਦੇਖੋ ਕਿ ਅਗਰ 30% ਕਾਰਬਨ ਡਾਈਆਕਸਾਈਡ, ਅਸੀਂ ਤਾਂ ਜਾਣਦੇ ਆ ਵੀ ਜਿਹੜੀ ਹਵਾ ਹੈ ਉਹ ਹੋਰ ਫਰੈਸ਼ ਮਿਲੇ ਕਿਤੋਂ, ਕਿਤੇ ਦਰਖਤਾਂ ਦੇ ਨੇੜੇ ਬੈਠੀਏ, ਕਿਤੇ ਉੱਥੇ ਬੈਠੀਏ, ਕਿਤੇ ਸਾਫ਼ ਹਵਾ ਮਿਲੇ। ਤੇ ਅੱਜ ਦੀ ਡੇਟ ਦੇ ਵਿੱਚ ਤਾਂ ਵੈਸੇ ਹੀ ਪੋਲਿਊਸ਼ਨ ਦੀ ਵਜ੍ਹਾ ਕਰਕੇ ਚਲੋ ਆ ਹੁਣ ਤਾਂ ਮੌਸਮ ਸਾਫ਼ ਹੈ, ਪਰ ਉਹ ਸਾਫ਼ ਮੌਸਮ ਦੇ ਵਿੱਚ ਵੀ ਸਾਨੂੰ ਮਾਸਕ ਕੰਪਲਸਰੀ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਹ 30% ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਆ ਉਹ ਸਾਨੂੰ ਵਾਪਸ ਦੁਬਾਰਾ ਦੇਣ ਵਾਸਤੇ ਇੱਕ ਜਿਹੜਾ ਹੈਗਾ ਉਹ ਮਾਸਕ ਕੰਪਲਸਰੀ ਕਰ ਦਿੱਤਾ ਗਿਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮਾਸਕ ਪਾਉਣਾ, ਮਾਸਕ ਕੰਪਲਸਰੀ ਕਰਨਾ ਸੀ, ਸਾਨੂੰ ਕਰਨਾ ਚਾਹੀਦਾ ਸੀ। ਅਸੀਂ ਕਿਤੇ ਲਾਈਨ ਦੇ ਵਿੱਚ ਖੜੇ ਆ, ਉੱਥੇ ਮਾਸਕ ਲੱਗਣਾ, ਕਿਸੇ ਪਬਲਿਕ ਜਗ੍ਹਾ ਦੇ ਉੱਪਰ ਆ, ਕਿਸੇ ਪਬਲਿਕ ਵਾਲੀ ਜਗ੍ਹਾ ਤੇ ਆ, ਮੈਟਰੋ ਦੇ ਵਿੱਚ ਆ, ਬੱਸ ਚ ਆ, ਟ੍ਰੇਨ ਚ ਆ, ਇਹ ਗੱਲਾਂ ਤਾਂ ਮੰਨਣ ਦੇ ਵਿੱਚ ਆਉਂਦੀਆਂ ਨੇ। ਉੱਥੇ ਹੋਣਾ ਚਾਹੀਦਾ। ਹੁਣ ਇੱਕ ਬੰਦ ਕਮਰੇ ਵਿੱਚ ਮਾਸਕ, ਬੰਦ ਕਮਰੇ ਦੇ ਵਿੱਚ ਮਾਸਕ, ਔਰ ਇੱਕ ਬੰਦਾ ਜਿਹੜਾ ਹੈਗਾ ਉਹ ਆਪਣੇ ਮੋਟਰਸਾਈਕਲ ਦੇ ਉੱਤੇ ਇਕੱਲਾ ਜਾ ਰਿਹਾ। ਹੁਣ ਇੱਕ ਸਿੰਗਲ ਸਵਾਰੀ ਜਿਹੜੀ ਹੈਗੀ ਹੈ ਉਹਨੂੰ ਮੈਂ ਇੱਕ ਦਿਨ ਭਾਈ ਸਾਹਿਬ ਨੂੰ, ਪੁਲਿਸ ਵਾਲੇ ਨੂੰ ਪੁੱਛਿਆ, ਮੈਂ ਕਿਹਾ ਯਾਰ ਕੁਛ ਨਾ ਕੁਛ ਤਾਂ ਜਾਣਕਾਰੀ ਤੁਸੀਂ ਹਾਸਲ ਕੀਤੀ ਹੋਏਗੀ। ਮੈਂ ਕਿਹਾ ਮੁੰਡਾ ਹੁਣ ਇਕੱਲਾ ਮੋਟਰਸਾਈਕਲ ਤੇ ਹੈਗਾ, ਇਹਨੇ ਜਿੱਥੋਂ ਦੀ ਲੰਘਣਾ ਇਹ ਇਕੱਲਾ ਜਾ ਰਿਹਾ। ਹੁਣ ਇਹਦੇ ਮਾਸਕ ਪਾਉਣ ਜਾਂ ਨਾ ਪਾਉਣ ਦੇ ਵਿੱਚ ਮੈਨੂੰ ਥੋੜਾ ਜਿਹਾ ਤਾਂ ਦੱਸੋ, ਮੈਨੂੰ ਮੇਰੇ ਹਜਮ ਨਹੀਂ ਹੋ ਰਹੀ ਇਹ ਗੱਲ ਵੀ ਉਹਦੇ ਵਿੱਚ ਫਰਕ ਕੀ ਆਊਗਾ। ਮੰਨ ਲਓ ਇਹਨੇ ਨਹੀਂ ਪਾਇਆ ਤੇ ਮੰਨ ਲਓ ਕਿ ਇਹ ਪਾ ਕੇ ਜਾਂਦਾ, ਇਹਦੇ ਵਿੱਚ ਕੋਈ ਅੰਤਰ ਕੀ ਅੰਤਰ ਹੈ ਜੀ? ਕੋਈ ਹੈ ਹੀ ਨਹੀਂ, ਪਤਾ ਹੀ ਨਹੀਂ। ਉਹ ਕਹਿੰਦੇ ਜੀ ਹੁਕਮ ਦੇ ਬੰਦੇ ਹੈ, ਜੋ ਹੁਕਮ ਆ ਗਿਆ ਉਹ ਵਜਾਈ ਜਾਂਦੇ ਆ। ਸੋ ਮਤਲਬ ਇਹ ਜਿਹੜੀਆਂ ਹੈਗੀਆਂ ਇਹਦੇ ਵਿੱਚ ਮਤਲਬ ਜਿਹੜਾ ਮਹਾਮਾਰੀ ਦਾ ਦੌਰ ਹੁੰਦਾ ਹੈ, ਇਹਦੇ ਵਿੱਚ ਆਮ ਜਨ ਸਧਾਰਨ ਦੇ ਮਨਾਂ ਦੇ ਵਿੱਚ ਨਾ ਜੀ ਪਹਿਲਾਂ ਹੀ ਬਹੁਤ ਮਤਲਬ ਇੱਕ ਡਰ ਪੈਦਾ ਹੋਇਆ ਹੁੰਦਾ ਜੀ। ਸੋ ਮੈਂ ਜਿਹੜੀ ਸਰਕਾਰਾਂ ਦੀ ਜਿਹੜੀ ਮਾਂ ਵਾਲੀ ਗੱਲ ਕੀਤੀ ਸੀ ਨਾ, ਉਹ ਮੈਂ ਇਸ ਕਰਕੇ ਗੱਲ ਕਰਦਾ ਕਿ ਸਰਕਾਰਾਂ ਨੂੰ ਤਾਂ ਮਤਲਬ ਫੈਸਲੇ ਜਿਹੜੇ ਹੈ ਨਾ ਉਹ ਇੰਨਾ ਸੋਚ ਸਮਝ ਕੇ ਔਰ ਇੰਨਾ ਮਤਲਬ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਖਾਸ ਤੌਰ ਤੇ ਪ੍ਰੋਗਰਾਮਿੰਗ ਇਦਾਂ ਦੀ ਹੋਣੀ ਚਾਹੀਦੀ ਹੈ। ਹਰ ਅਖਬਾਰ ਤੇ, ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜ਼ਮਾਨਾ ਹੈ, ਠੀਕ ਹੈ ਨਾ, ਤਾਂ ਉਹਨੂੰ ਉਹਦੇ ਨਫੇ ਨੁਕਸਾਨ ਜਿਹੜੇ ਹੈਗੇ ਆ ਉਹ ਦੱਸ ਕੇ ਮਤਲਬ ਜਿਹੜਾ ਹੈਗਾ ਉਹਨੂੰ ਲਾਗੂ ਕੀਤਾ ਜਾਵੇ ਔਰ ਪਹਿਲਾਂ ਆਪ ਵਿਚਾਰ ਕਰਨ ਜੀ। ਜਿਸ ਤਰ੍ਹਾਂ ਇੱਕ ਪਿੱਛੇ ਜੇ ਤੁਸੀਂ ਉਹ ਇੱਕ ਆਪਣੀ ਗੱਲ ਹੋਈ ਵੀ ਸੀ, ਉਹ ਕੈਪਟਨ ਸਾਹਿਬ ਨੇ ਪਤਾ ਨਹੀਂ ਕੀ ਕਹਿ ਦਿੱਤਾ ਸੀਗਾ ਕਿ 80% ਤੱਕ ਦਾ ਡਾਟਾ ਦੇ ਦਿੱਤਾ ਸੀਗਾ ਕਰੋਨਾ ਦੇ ਮਾਮਲੇ ਦੇ ਵਿੱਚ ਵੀ 80% ਲੋਕਾਂ ਦੇ ਇਫੈਕਟ ਹੋਣ ਦਾ ਕੋਈ ਖਦਸ਼ਾ ਜਾਂ ਕੋਈ ਇਸ ਤਰ੍ਹਾਂ ਦਾ, ਜਦ ਕਿ ਉਹਨਾਂ ਨੇ ਵਾਪਸ ਲਿਆ ਬਾਅਦ ਦੇ ਵਿੱਚ ਬਿਆਨ। ਪਰ ਉਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਣੀਆਂ ਜਿਹੜੀਆਂ ਜਦੋਂ ਜਨਤਾ ਪਹਿਲਾਂ ਹੀ ਸਹਿਮ ਦੇ ਵਿੱਚ ਹੈ, ਪਹਿਲਾਂ ਹੀ ਡਰੀ ਹੋਈ ਹੈ। ਇੱਕ ਮਹਾਮਾਰੀ ਮਤਲਬ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ, ਤਾਂ ਇਸ ਸਮੇਂ ਦੇ ਵਿੱਚ ਸਾਨੂੰ ਨਾਜ਼ੁਕ ਹਾਲਤ ਦੇ ਨਾਲ ਨਜਿੱਠਣ ਦੇ ਵਾਸਤੇ ਸਾਨੂੰ ਹੋਰ ਸੰਜੀਦਾ ਤਰੀਕੇ ਦੇ ਨਾਲ ਔਰ ਜਿਹੜੀਆਂ ਗੱਲਾਂ ਦਾ ਫਾਇਦਾ ਹੁੰਦਾ ਹੈ ਉਹਨਾਂ ਦੇ ਉੱਤੇ ਉਹਨਾਂ ਦੇ ਫਾਇਦੇ ਦੱਸ ਕੇ ਪਬਲਿਕ ਦੇ ਵਿੱਚ ਵੱਧ ਤੋਂ ਵੱਧ ਦੱਸਿਆ ਜਾਵੇ ਔਰ ਉਹਨੂੰ ਲਾਗੂ ਕੀਤਾ ਜਾਵੇ। ਔਰ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਉਹਨਾਂ ਤੋਂ ਗਰੇਜ਼ ਕਰਨਾ। ਇਹਨਾਂ ਦਿਨਾਂ ਵਿੱਚ ਐਜੂਕੇਸ਼ਨ ਨੂੰ ਲੈ ਕੇ ਵੀ ਬਹੁਤ ਸੰਜੀਦਾ ਜਿਹੇ ਬਿਆਨ ਨਹੀਂ ਆਏ, ਬਿਲਕੁਲ ਮਾਸਕ ਗਲਵਸ ਨੂੰ ਲੈ ਕੇ ਵੀ ਕੋਈ ਸੰਜੀਦਾ ਬਿਆਨ ਨਹੀਂ ਆਏ ਵੀ ਇਹਨਾਂ ਦਿਨਾਂ ਵਿੱਚ। ਮੇਰੇ ਖਿਆਲ ਦੇ ਵਿੱਚ ਜੋ ਤੁਸੀਂ ਜਿਵੇਂ ਇੱਕ ਸ਼ਬਦ ਚਲੋ ਮਾਂ ਵਰਤਿਆ, ਮੈਂ ਵੀ ਇਸ ਸ਼ਬਦ ਨਾਲ ਸਹਿਮਤ ਹੋ ਜਾਣਾ, ਜੋ ਇੱਕ ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਸਰਕਾਰਾਂ ਨੇ ਮਾਂ ਵਾਲੀ ਜ਼ਿੰਮੇਵਾਰੀ ਨਹੀਂ ਨਿਭਾਈ। ਬਸ ਗੱਲ ਇਹੀ ਹੈ। ਇਹ ਬਹੁਤ ਜ਼ਰੂਰੀ ਸੀ, ਬਹੁਤ ਅਹਿਮ ਸੀ ਇਸ ਸਮੇਂ ਦੇ ਉੱਤੇ ਇੱਦਾਂ ਦੇ ਹਾਲਾਤਾਂ ਦੇ ਵਿੱਚ। ਔਰ ਖਾਸ ਤੌਰ ਤੇ ਮੈਂ ਕਹਿੰਦਾ ਵੀ ਇੱਕ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਛਵੀ ਉਹਨਾਂ ਦੀ ਸੀ
ਮਤਲਬ ਲੋਕਾਂ ਦੇ ਵਿੱਚ ਕਿ ਇੱਕ ਕਿਉਂਕਿ ਉਹਨਾਂ ਦੀ ਮਿਲਟਰੀ ਬੈਕਗ੍ਰਾਉਂਡ ਹੈ। ਹਾਂਜੀ ਹਾਂਜੀ ਬਿਲਕੁਲ। ਲੋਕ ਉਹਨਾਂ ਨੂੰ ਮਤਲਬ ਜਿਹੜਾ ਨਾ ਲੋਕਾਂ ਦੇ ਵਿੱਚ ਇਹ ਸੀਗਾ ਕਿ ਬਾਦਲ ਸਾਹਿਬ ਦੇ ਮੁਕਾਬਲੇ ਨਾ ਥੋੜਾ ਜਿਹਾ ਸਖਤ ਸੁਭਾਅ ਤੇ ਮਤਲਬ ਵੀ ਉਹ ਉਸ ਤਰ੍ਹਾਂ ਦੇ ਫੈਸਲੇ ਔਰ ਸਖਤ ਵੀ ਇੱਕ ਜਿਵੇਂ ਕਹਿ ਲਈਏ ਵੀ ਇੱਕ ਪਲਾਨਿੰਗ ਦੇ ਤਹਿਤ ਵੀ ਤਹਿਤ ਹੋਣਗੇ, ਪਰ ਉਹ ਗੱਲਬਾਤ ਪਰ ਉਹ ਕੋਈ ਮਤਲਬ ਜਿਹੜਾ ਹੈਗਾ ਅਸੀਂ ਆਸ ਕਰਦੇ ਹਾਂ ਵੀ ਉਹ ਹੋਰ ਵੀ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ। ਪਰ ਜਿਹੜੇ ਹੁਣ ਡੇਟੇ ਆ ਰਹੇ ਨੇ ਨਾ ਜੀ ਪੰਜਾਬ ਦੇ ਵੀ ਅੱਜ ਵੀ ਜਿਹੜੀਆਂ ਹੈਗੀਆਂ ਨੇ ਮੇਰੇ ਖਿਆਲ ਹੈ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ 8 ਮੌਤਾਂ ਔਰ 400 ਪਲੱਸ ਦਾ ਡਾਟਾ ਹੈ ਜੀ। ਬੇਸ਼ੱਕ ਕਿ ਨਾਲ ਇੱਕ ਖਬਰ ਅੱਛੀ ਖਬਰ ਇਹ ਵੀ ਹੁੰਦੀ ਹੈ ਕਿ ਲਗਭਗ 200 ਦੇ ਲਗਭਗ ਮਰੀਜ਼ ਜਿਹੜੇ ਆ ਉਹ ਸਿਹਤਯਾਬ ਵੀ ਹੋਏ ਨੇ ਅੱਜ ਦੀ ਡੇਟ ਦੇ ਵਿੱਚ। ਪਰ ਫਿਰ ਵੀ ਇਹ ਜਿਹੜੀ ਇਹ ਫਿਗਰ ਹੈ ਅਲਾਰਮਿੰਗ ਫਿਗਰ ਹੈ, ਇਹ ਮਤਲਬ ਜਿਹੜਾ ਹੈਗਾ ਸਾਨੂੰ ਇਹਦੇ ਵਾਸਤੇ ਹੋਰ ਸੰਜੀਦਾ ਹੋਣਾ ਚਾਹੀਦਾ। ਮੈਂ ਤਾਂ ਤੁਹਾਡੇ ਚੈਨਲ ਦੇ ਜਰੀਏ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੂੰਗਾ ਔਰ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਸਾਨੂੰ ਮਤਲਬ ਇਸ ਸਮੇਂ ਦੇ ਦੌਰਾਨ ਜਿੱਥੇ ਵੀ ਅਸੀਂ ਬੈਠੇ ਹੋਏ ਹਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਾ ਮਤਲਬ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਜੀ, ਠੀਕ ਹੈ ਨਾ। ਸੋ ਅਸੀਂ ਜਿਹਨੂੰ ਜਿੰਨੀ ਜਾਣਕਾਰੀ ਹੈਗੀ ਹੈ ਔਰ ਜਾਂ ਜਿੰਨੀ ਜਾਣਕਾਰੀ ਇਕੱਤਰ ਕਰ ਸਕਦਾ ਹੈ ਉਹਨੂੰ ਇਕੱਤਰ ਕਰਕੇ ਆਪਣੇ ਚਿਗਿਰਦੇ ਦੇ ਵਿੱਚ ਜਾਣਕਾਰੀ ਫੈਲਾਉਣ ਦਾ ਕੰਮ ਜੇ ਅਸੀਂ ਕਰੀਏ। ਪਰ ਜਿਵੇਂ ਹੁਣ ਆਪਾਂ ਗੱਲਬਾਤ ਕਰਦੇ ਪਏ ਸਾਂ ਵੀ ਇੱਕ ਤਾਂ ਸਹੀ ਜਾਣਕਾਰੀ ਨਾ ਮਿਲਣਾ ਜੀ ਬਿਲਕੁਲ, ਪੰਜਾਬੀ ਦੇ ਵਿੱਚ ਲਿਟਰੇਚਰ ਇਸ ਬਾਰੇ ਘੱਟ ਹੋਣਾ, ਬਹੁਤ ਘੱਟ ਹੈ ਜੀ। ਸੈਕੰਡਲੀ ਸਾਡੇ ਆਗੂਆਂ ਦੇ ਬੇਖੁਦਾ ਬਿਆਨ, ਬਿਲਕੁਲ। ਤੇ ਥਰਡ ਨੰਬਰ ਦੇ ਉੱਪਰ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਤੁਸੀਂ ਗੱਲਬਾਤ ਕਰ ਰਹੇ ਸੀ ਮਾਸਕ ਦੀ, ਪਿਛਲੇ ਦਿਨਾਂ ਵਿੱਚ ਬੜੀ ਵੱਡੀ ਲੁੱਟ ਮਾਰ ਹੋਈ ਹੈ ਲੋਕਾਂ ਦੀ। ਇੱਕ ਤਾਂ ਕਾਰੋਬਾਰ ਬੰਦ ਸਨ, ਬਿਲਕੁਲ, ਦੂਜੀ ਲੁੱਟ ਮਾਰ ਦੱਬ ਕੇ ਹੋ ਗਈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਡਰੱਗ ਕੰਟਰੋਲ, ਇੱਕ ਮਾਸਕ ਜਿਹੜਾ ਆ 10 ਰੁਪਏ ਵਾਲਾ 100 ਰੁਪਏ ਦਾ ਵੇਚਿਆ ਗਿਆ, ਸੈਨੀਟਾਈਜ਼ਰ ਦਾ ਜੋ ਕੁ ਰੇਟ ਲਾ ਲੈਂਦਾ ਸੀ ਉਹੀ ਸੀ। ਜਦੋਂ ਡਰੱਗ ਕੰਟਰੋਲ ਬੋਰਡ ਥੋੜਾ ਜਿਹਾ ਐਕਟਿਵ ਹੋਇਆ ਉਸ ਤੋਂ ਬਾਅਦ ਨਾਲ ਦੀ ਨਾਲ 650 700 ਵਾਲਾ ਜਿਹੜਾ ਉਹ 250 ਦੇ ਉੱਪਰ ਆ ਗਿਆ। ਜੇ ਇਹਨਾਂ ਕੋ ਧਿਆਨ ਥੋੜਾ ਪਹਿਲਾਂ ਦਿੱਤਾ ਜਾਂਦਾ ਤੇ ਹੋਰ ਸਰਕਾਰਾਂ ਐਕਟਿਵ ਹੋ ਜਾਂਦੀਆਂ, ਤੁਹਾਨੂੰ ਲੱਗਦਾ ਵੀ ਕੋਈ ਬਚਾਅ ਹੋ ਸਕਦਾ ਸੀ? ਇੱਕ ਨਾ ਮਖੂ ਸਾਹਿਬ ਮਾੜਾ ਜਿਹਾ ਇਮੇਜਿਨ ਕਰਿਆ ਜੇ ਕਿ ਇੱਕ ਸੜਕ ਹੈ, ਹਾਂਜੀ, ਔਰ ਸੜਕ ਦੇ ਵਿਚਕਾਰ ਬਿਲਕੁਲ ਇੱਕ ਬੱਚਾ ਤੁਰ ਕੇ ਪਹੁੰਚ ਗਿਆ ਔਰ ਅੱਗੋਂ ਗੱਡੀ ਆ ਰਹੀ ਹੈ ਬੜੀ ਸਪੀਡ ਦੇ ਉੱਪਰ, ਔਰ ਆਪਾਂ ਮਤਲਬ ਜਾਂ ਕੋਈ ਵੀ ਇਨਸਾਨ ਜਿਹੜੇ ਉੱਥੇ ਪਾਸੇ ਆਸੇ ਜਿਹੜੇ ਹੈਗੇ ਆ, ਮੇਰੇ ਖਿਆਲ ਦੇ ਵਿੱਚ ਕਿ ਸਭ ਤੋਂ ਪਹਿਲਾ ਕੰਮ ਚਾਹੇ ਉਹ ਕੋਈ ਉਹ ਬੱਚੇ ਦੇ ਨਾਲ ਸੰਬੰਧਿਤ ਲੋਕ ਹੋਣ ਜਾਂ ਉਸ ਬੱਚੇ ਦੇ ਨਾਲ ਸੰਬੰਧਿਤ ਨਾ ਵੀ ਹੋਣ, ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਹੈਗਾ ਦਿਮਾਗ ਦੇ ਵਿੱਚ ਯਕਦਮ ਸਟ੍ਰਾਈਕ ਕਰਦੀ ਹੈ ਬੰਦੇ ਦੇ ਕਿ ਗੱਡੀ ਆਉਣ ਤੋਂ ਪਹਿਲਾਂ ਬੱਚੇ ਨੂੰ ਪਾਸੇ ਕਰ। ਸੋ ਅਸਲ ਦੇ ਵਿੱਚ ਤਾਂ ਗੱਲ ਇਹ ਸੀ ਕਿ ਗੱਡੀ ਆਉਣ ਤੋਂ ਪਹਿਲਾਂ ਜਿਹੜਾ ਹੈਗਾ, ਪਰ ਸਾਡੀਆਂ ਸਰਕਾਰਾਂ ਦੀ ਪਰਫਾਰਮੈਂਸ ਜਿਹੜੀ ਹੈ ਨਾ ਉਹ ਕਹਿੰਦੀਆਂ ਹੈ ਕਿ ਮਤਲਬ ਗੱਡੀ ਲੰਘ ਜਾਵੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਾ ਉਹ ਸਾਰਾ ਕੁਝ ਕਰਾਂਗੇ। ਔਰ ਬਾਅਦ ਦੇ ਵਿੱਚ ਜਿਹੜੇ ਹਾਲਾਤ ਹੁੰਦੇ ਨੇ, ਵੈਸੇ ਗੱਡੀ ਬੜੀ ਦੇਰ ਦੀ ਹਾਰਨ ਮਾਰਦੀ ਆ ਰਹੀ ਸੀ ਵਿਦੇਸ਼ਾਂ ਵਾਲੇ ਪਾਸਿਓਂ, ਅਸੀਂ ਆਪ ਹੀ ਸੁਚੇਤ ਨਹੀਂ ਹੋਏ। ਇਹ ਪਿੱਛੇ ਰਹਿਣਾ ਹੀ ਸਾਨੂੰ ਮਤਲਬ ਜਿਹੜਾ ਹੈਗਾ ਸਾਡੇ ਵੇਖੋ ਇੱਕ ਤਾਂ ਸਰਕਾਰਾਂ ਦੇ ਉੱਪਰ ਬੋਝ ਬੜਾ ਵੱਡਾ ਪੈਂਦਾ, ਕਿਸੇ ਅਲਾਮਤ ਤੋਂ ਬਾਅਦ ਉਹਨੂੰ ਨਜਿੱਠਣਾ ਪਹਿਲਾਂ ਤਾਂ ਫਾਈਨੈਂਸ਼ੀਅਲੀ ਬਹੁਤ ਵੱਡਾ ਬੋਝ ਬਣ ਜਾਂਦਾ ਹੈ। ਕਿਸੇ ਅਲਾਮਤ ਹੁਣ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਲੈ ਲਈਏ, ਇੱਕ ਜਿਹੜੇ ਸੇਮ ਨਾਲੇ ਨੇ, ਸੇਮ ਨਾਲੇ ਸਾਫ਼ ਕੀਤੇ ਹੋਣ ਤੇ ਪਾਣੀ ਜਿਹੜਾ ਹੈਗਾ ਨਿਕਾਸੀ ਹੋ ਜਾਂਦੀ ਹੈ ਔਰ ਹੜ੍ਹ ਦੀ ਨੌਬਤ ਨਹੀਂ ਆਉਂਦੀ। ਔਰ ਸਾਫ਼ ਕਰਨ ਦੇ ਉੱਤੇ ਸੇਮ ਨਾਲਿਆਂ ਨੂੰ ਜਿਹੜਾ ਹੈਗਾ ਖਰਚਾ ਉਹ ਮੇਰਾ ਖਿਆਲ ਹੈ 10 ਰੁਪਏ ਲੱਗਦੇ ਆ, ਤੇ ਜੇ ਹੜ੍ਹ ਪ੍ਰਭਾਵਿਤ ਇਲਾਕੇ ਨੂੰ ਰਾਹਤ ਦੇਣ ਵਾਸਤੇ ਸਾਡਾ 100 ਰੁਪਏ ਲੱਗਣਾ। ਸੋ ਅਸੀਂ 10 ਰੁਪਏ ਲਾਈਏ, ਟਾਈਮ ਸਿਰ ਲਾਈਏ, ਸਰਕਾਰਾਂ ਦੀ ਛਵੀ ਵੀ ਸਾਫ਼ ਰਵੇ, ਲੋਕਾਂ ਨੂੰ ਪ੍ਰੋਬਲਮ ਨਾ ਆਵੇ, ਲੋਕਾਂ ਦੇ ਮਤਲਬ ਤਾਂ ਕਿ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਪ੍ਰੋਪਰ ਰਵੇ। ਸੋ ਇਸੇ ਤਰੀਕੇ ਨਾਲ ਮੇਰੇ ਖਿਆਲ ਦੇ ਵਿੱਚ ਇਹ ਹੈਗਾ ਕਿ ਸਾਡੇ ਨਾ ਮਤਲਬ ਜਿਹੜੀ ਇਹ ਸਾਡੀ ਜਿਹੜੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਕਿ ਸਾਡੀ ਪਿੱਛੇ ਰਹਿਣ ਵਾਲੀ ਜਿਹੜੀ ਹੈ ਨਾ ਮਤਲਬ ਜਿਹੜੀ ਸਾਡੀ ਗਤੀ ਨਹੀਂ ਬਣ ਰਹੀ, ਜਿਹੜੀ ਸਾਡੀ ਮਤਲਬ ਜਿਹੜਾ ਅਸੀਂ ਕਿਸੇ ਅਲਾਮਤ ਦੇ ਅਗਲੇ ਪਾਸੇ ਜਾ ਕੇ ਨਹੀਂ ਖੜ ਪਾਉਂਦੇ, ਇਹ ਸਭ ਤੋਂ ਵੱਡੀ। ਹੁਣ ਮੈਨੂੰ ਨਹੀਂ ਪਤਾ ਜੇ ਆਪਾਂ ਸਰਕਲੀ ਨੁਕਤਾਚੀਨੀ ਹੀ ਕਰੀਏ ਸਰਕਾਰਾਂ ਦੀ ਤਾਂ ਇਹ ਨਹੀਂ ਗੱਲ ਹੈਗੀ। ਕੁਛ ਇਹਦੇ ਵਿੱਚ ਕੁਛ ਕਾਰਨ ਐਸੇ ਵੀ ਹੋ ਸਕਦੇ ਹੈ ਕਿ ਸਾਡੇ ਕੋਲੇ ਸਾਧਨਾਂ ਦੀ ਕਮੀ ਵੀ ਹੋ ਸਕਦੀ ਹੈ, ਸਾਡੇ ਕੋਲੇ ਕੁਛ ਵੀ ਹੋ ਸਕਦਾ ਹੈ, ਪਰ ਫਿਰ ਵੀ ਇੱਕ ਨਾ ਜਿਹੜੀ ਇੱਕ ਵੈਲਨੈਸ ਹੁੰਦੀ ਹੈ, ਜਿਹੜੀ ਇੱਛਾ ਸ਼ਕਤੀ ਜਿਹੜੀ ਹੁੰਦੀ ਹੈ ਉਹ ਤਾਂ ਦਿਸਣੀ ਚਾਹੀਦੀ। ਜੀ ਬਿਲਕੁਲ ਜੀ, ਡਾਕਟਰ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ, ਬਹੁਤ ਮਿਹਰਬਾਨੀ। ਤੁਸੀਂ ਐਸੇ ਵਕਤ ਦੇ ਉੱਪਰ ਸਾਡੇ ਨਾਲ ਇਹ ਵਿਚਾਰਾਂ ਕੀਤੀਆਂ। ਸੋ ਦਰਸ਼ਕੋ, ਇਹ ਸਨ ਡਾਕਟਰ ਹਰਿੰਦਰ ਜੀਰਾ ਜੀ, ਜਿਨ੍ਹਾਂ ਨੇ ਮਾਸਕ ਬਾਰੇ ਬੜੀ ਖੂਬ ਜਾਣਕਾਰੀ ਦਿੱਤੀ ਹੈ ਔਰ ਇਹ ਗੱਲ ਦੱਸੀ ਹੈ ਕਿ ਸਰਕਾਰਾਂ ਮਾਂ ਦਾ ਫਰਜ਼ ਰੋਲ ਅਦਾ ਨਹੀਂ ਕਰਦੀਆਂ। ਬੱਚਾ ਸੜਕ ਤੇ ਜਾ ਰਿਹਾ ਹੋਵੇ, ਗੱਡੀ ਬੜੀ ਤੇਜ਼ ਆ ਰਹੀ ਹੋਵੇ ਤਾਂ ਗੱਡੀ ਦੇ ਆਉਣ ਤੋਂ ਪਹਿਲਾਂ ਬੱਚਾ ਹਟਾ ਲੈਣਾ ਚਾਹੀਦਾ ਹੈ।
ਇਹਦੇ ਅਰਥ ਇਹ ਸਨ ਕਿ ਇੱਕ ਮਹਾਮਾਰੀ ਆ ਰਹੀ ਹੈ, ਅਸੀਂ ਖਬਰਾਂ ਸੁਣ ਰਹੇ ਹਾਂ, ਇਟਲੀ ਵਿੱਚ ਇੰਨੀਆਂ ਮੌਤਾਂ ਹੋ ਗਈਆਂ, ਇੰਨੀਆਂ ਚਾਈਨਾ ਦੇ ਵਿੱਚ ਹੋ ਗਈਆਂ, ਇੰਨੀਆਂ ਅਮਰੀਕਾ ਵਿੱਚ ਹੋ ਗਈਆਂ। ਉਸ ਤੋਂ ਪਹਿਲਾਂ ਸਾਨੂੰ ਸਾਰੇ ਪ੍ਰਬੰਧ ਕਰਨੇ ਚਾਹੀਦੇ ਸੀ ਤੇ ਖੈਰ ਕਿਤੇ ਨਾ ਕਿਤੇ ਅਸੀਂ ਫੇਲ ਵੀ ਹੋਏ ਹਾਂ ਇਸ ਮਾਮਲੇ ਦੇ ਵਿੱਚ। ਸਰਕਾਰਾਂ ਬੁਰੀ ਤਰ੍ਹਾਂ ਹੋਈਆਂ ਨੇ, ਬੜਾ ਕੁਝ ਇਸ ਤੋਂ ਬਾਅਦ ਵੀ ਨਿਕਲੇਗਾ। ਏਡੀ ਵੱਡੀ ਮਹਾਮਾਰੀ ਆਈ ਹੈ, ਆਰਥਿਕ ਤੌਰ ਦੇ ਉੱਪਰ, ਸਰੀਰਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ। ਮੈਨੂੰ ਲੱਗਦਾ ਵੀ ਕਈ ਸਦੀਆਂ ਤੱਕ ਵਿਸ਼ਲੇਸ਼ਣ ਹੁੰਦੇ ਰਹਿਣਗੇ ਤੇ ਉਸ ਵਿਸ਼ਲੇਸ਼ਣ ਵਿੱਚ ਅਗਲੀਆਂ ਪੀੜ੍ਹੀਆਂ ਬੜਾ ਕੁਝ ਜਾਣਨਗੀਆਂ। ਖੈਰ ਇਹਨਾਂ ਕੁਝ ਕਹਿੰਦਾ ਹੋਇਆ ਖਿਮਤ ਜਾਚਕਾਂ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।